ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੰਦੀਪ ਸਟੱਡੀ ਨੈਕਸਟ ਗਲੋਬਲ ਲੁਧਿਆਣਾ ਤੋਂ ਤੇ ਮੇਰੇ ਨਾਲ ਐਜ਼ ਯੂਜੂਅਲ ਵਿਲ ਸਾਹਿਬ ਹੈਗੇ ਜੀ। ਸਾਡੇ ਸਵਾਲਾਂ ਦੇ ਜਵਾਬ ਦੇਣਗੇ। ਅੱਜ ਦਾ ਸਾਡਾ ਚਰਚਾ ਦਾ ਵਿਸ਼ਾ ਰਹੇਗਾ ਕਿ ਕੈਨੇਡਾ ਦੇ ਵਿੱਚ ਯੂਨੀਵਰਸਿਟੀ ਤੇ ਕਾਲਜ ਦਾ ਐਡਮਿਸ਼ਨ ਪ੍ਰੋਸੈਸ ਕੀ ਹੈ। ਇਸ ਚੀਜ਼ ਨੂੰ ਲੈ ਕੇ ਕਾਫੀ ਬੱਚੇ ਕਾਫੀ ਜ਼ਿਆਦਾ ਕਨਫਿਊਜ਼ ਰਹਿੰਦੇ ਹਨ ਤੇ ਪੇਰੈਂਟਸ ਨੂੰ ਵੀ ਅਕਸਰ ਦਿੱਕਤ ਆਉਂਦੀ ਹੈ। ਜੇ ਤੁਹਾਡਾ ਵੀ ਸਵਾਲ ਇਹੀ ਹੈ ਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਆਈ ਐਮ ਸ਼ੋਰ ਤੁਹਾਨੂੰ ਕਾਫੀ ਸਵਾਲਾਂ ਦੇ ਤੁਹਾਡੇ ਜਵਾਬ ਮਿਲ ਜਾਣਗੇ। ਜੇ ਅਸੀਂ ਲੈ ਕੇ ਚੱਲੀਏ ਕਿ ਬੱਚੇ ਆਪਣੇ ਡਾਊਟ ਨੂੰ ਕਲੀਅਰ ਕਿਸ ਤਰ੍ਹਾਂ ਕਰਦੇ ਨੇ, ਨੋਰਮਲੀ ਤੁਸੀਂ ਦੇਖਿਆ ਹੋਣਾ ਸਟੂਡੈਂਟ ਅਕਸਰ ਸਾਈਟ ਤੇ ਜਾ ਕੇ ਕਾਲਜ ਜਾਂ ਯੂਨੀਵਰਸਿਟੀ ਦੀ ਸਰਚ ਕਰਦੇ ਨੇ ਅਤੇ ਆਪਣੇ ਡਾਊਟਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹੈ, ਪਰ ਹੁੰਦਾ ਇਸ ਦਾ ਬਿਲਕੁਲ ਰਿਵਰਸ ਹੈ। ਰੀਜ਼ਨ ਬੀਇੰਗ ਇੱਕ ਕਾਲਜ ਜਾਂ ਯੂਨੀਵਰਸਿਟੀ ਨੇ ਆਪਣੀ ਸਾਈਟ ਦੇ ਉੱਪਰ ਕਾਫੀ ਜ਼ਿਆਦਾ ਇਨਫੋਰਮੇਸ਼ਨ ਪਾਈ ਹੁੰਦੀ ਹੈ। ਬੱਚਾ ਉੱਥੋਂ ਕੁਝ ਰੈਲੇਵੈਂਟ ਇਨਫੋਰਮੇਸ਼ਨ ਚੁੱਕਦਾ ਹੈ ਤੇ ਨਾਲ ਹੀ ਕੁਝ ਇਰਰੈਲੇਵੈਂਟ ਇਨਫੋਰਮੇਸ਼ਨ ਵੀ ਚੁੱਕ ਲੈਂਦਾ ਹੈ। ਉਸ ਤੋਂ ਬਾਅਦ ਉਹ ਕਨਫਿਊਜ਼ ਨਹੀਂ ਹੁੰਦਾ, ਰਾਦਰ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦਾ। ਫਿਰ ਉਹ ਅੱਛੇ ਕੰਸਲਟੈਂਟ ਦੀ ਤਲਾਸ਼ ਵਿੱਚ ਸਟੱਡੀ ਨੈਕਸਟ ਗਲੋਬਲ ਜਾਂ ਕੁਝ ਹੋਰ ਕੁਆਲੀਫਾਈਡ ਏਜੰਟਸ ਦੇ ਕੋਲ ਜਾਂਦਾ ਅਤੇ ਜਾ ਕੇ ਆਪਣੀ ਕਾਉਂਸਲਿੰਗ ਲੈਣ ਦੀ ਕੋਸ਼ਿਸ਼ ਕਰਦਾ। ਉਹਨੂੰ ਡਾਊਟਸ ਕਲੀਅਰ ਕਰਨ ਲਈ ਸਾਨੂੰ ਘੱਟੋ ਘੱਟ 2 ਜਾਂ 3 ਵਾਰੀ ਕਾਉਂਸਲਿੰਗ ਦੇ ਕੇ ਉਹਦੇ ਸਾਰੇ ਡਾਊਟਸ ਕਲੀਅਰ ਕਰਨੇ ਪੈਂਦੇ ਆ ਅਤੇ ਉਹਨੂੰ ਈਜ਼ੀ ਕਰਕੇ ਐਡਮਿਸ਼ਨ ਦਾ ਪ੍ਰੋਸੈਸ ਸਮਝਾਉਣਾ ਪੈਂਦਾ ਹੈ। ਜੇ ਅਸੀਂ ਦੇਖੀਏ ਕਿ ਕਾਲਜ ਅਤੇ ਯੂਨੀਵਰਸਿਟੀ ਦੇ ਐਡਮਿਸ਼ਨ ਪ੍ਰੋਸੈਸ ਨੂੰ ਠੀਕ ਤਰ੍ਹਾਂ ਕਿਸ ਤਰ੍ਹਾਂ ਅਸੀਂ ਕਰਨਾ ਹੈ ਜਾਂ ਸਮਝਣਾ ਹੈ, ਤਾਂ ਇਹ ਪ੍ਰੋਗਰਾਮ ਨੂੰ ਤੁਸੀਂ ਦੇਖੋ। ਬਿਸਬ ਆਮ ਅਕਸਰ ਜਿਹੜੇ ਬੱਚੇ ਜਾਂਦੇ ਨੇ ਕੈਨੇਡਾ, ਹਾਂਜੀ, ਹਰ ਬੱਚੇ ਦਾ ਇੱਕੋ ਹੀ ਸਵਾਲ ਹੁੰਦਾ ਜੈਨੂਨ ਕਿ ਮੈਂ ਜੀ ਜਿੱਥੇ ਵੀ ਪੜ੍ਹਨ ਚੱਲਾਂ ਮੈਂ ਉੱਥੋਂ ਦੇ ਬੈਸਟ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਂ। ਬਿਲਕੁਲ ਠੀਕ ਹੈ ਜੀ। ਅਤੇ ਇਹਦੇ ਬਾਰੇ ਕੁਝ ਦੱਸੋ ਸਾਨੂੰ, ਸਟੂਡੈਂਟਸ ਨੂੰ ਚਾਨਣਾ ਪਾਓ ਕਿ ਬੱਚੇ ਲਈ ਬੈਸਟ ਕਾਲਜ ਅਤੇ ਯੂਨੀਵਰਸਿਟੀ ਕਿੱਦਾਂ ਉਹ ਆਪਣੀ ਚੂਜ਼ ਕਰ ਸਕਦਾ ਹੈ। ਦੇਖੋ, ਜਦੋਂ ਵੀ ਸਟੂਡੈਂਟ ਦਾ ਇੱਕ ਕੁਐਸਚਨ ਆਉਂਦਾ ਹੈ ਜੀ, ਸਭ ਤੋਂ ਪਹਿਲਾ ਸਵਾਲ ਹੀ ਹੁੰਦਾ ਕਿ ਕਿਹੜੀ ਯੂਨੀਵਰਸਿਟੀ ਬੈਸਟ ਹੈ। ਜੀ, ਠੀਕ ਹੈ। ਬੇਸਿਕਲੀ ਇਹ ਆਪਣੇ ਆਪ ਇਹਦੇ ਵਿੱਚ ਹੀ ਬੜੇ ਸਾਰੇ ਸਵਾਲ ਨੇ। ਸਟੂਡੈਂਟ ਇਟ ਇਜ਼ ਐਨ ਓਪਨਿੰਗ ਕੁਐਸਚਨ ਬੇਸਿਕਲੀ, ਅਤੇ ਸਟੂਡੈਂਟ ਇਹਦੇ ਵਿੱਚ ਪੁੱਛਦਾ ਹੈ ਕਿ ਮੇਰੇ ਲਈ ਕਿਹੜੀ ਯੂਨੀਵਰਸਿਟੀ ਬੈਸਟ ਹੈ, ਹਾਂਜੀ, ਕਿਹੜਾ ਕਾਲਜ ਬੈਸਟ ਹੈ, ਮੈਂ ਕਿਹੜੇ ਕੋਰਸ ਦੇ ਵਿੱਚ ਜਾਵਾਂ, ਕਿਹੜੀ ਪ੍ਰੋਵਿੰਸ ਦੇ ਵਿੱਚ ਜਾਵਾਂ, ਕਿਹੜੇ ਜਗ੍ਹਾ ਤੋਂ ਕੋਰਸ ਕਰਕੇ ਮੈਂ ਜਲਦੀ PR ਲੈ ਸਕਦਾ। ਬਿਲਕੁਲ ਠੀਕ ਹੈ। ਮੇਰੀ ਪ੍ਰੋਫਾਈਲ ਦੇ ਲਈ ਕਿਹੜਾ ਕੋਰਸ ਵਧੀਆ ਜੀ, ਲਾਈਕ ਜੇ ਕਿਸੇ ਦਾ ਕੋਈ ਵਰਕ ਐਕਸਪੀਰੀਅੰਸ ਹੈ ਤਾਂ ਮੈਨੂੰ ਵਰਕ ਐਕਸਪੀਰੀਅੰਸ ਦੀ ਕੀ ਵੇਟੇਜ ਮਿਲੇਗੀ। ਜੇ ਕੋਈ ਸਟੱਡੀ ਗੈਪ ਹੈ ਤਾਂ ਕੀ ਮੇਰਾ ਇੰਨੇ ਸਾਲ ਦਾ ਗੈਪ, 5 ਸਾਲ ਦਾ ਗੈਪ, 7 ਸਾਲ ਦਾ ਗੈਪ ਐਕਸੈਪਟ ਹੁੰਦਾ। ਇਹ ਸਾਰੇ ਸਵਾਲ ਬੇਸਿਕਲੀ ਇਸ ਕੁਐਸਚਨ ਦੇ ਵਿੱਚ ਨੇ। ਅਤੇ ਆਪਣੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਸਟੂਡੈਂਟ ਨੂੰ ਸਭ ਤੋਂ ਪਹਿਲਾਂ ਕੰਸਲਟੈਂਟ ਦੇ ਨਾਲ ਆਪਣੀ ਕੰਪਲੀਟ ਪ੍ਰੋਫਾਈਲ ਸ਼ੇਅਰ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਉਹਨੂੰ ਇਹ ਦੱਸਣਾ ਚਾਹੀਦਾ ਕਿ ਮੇਰੀ ਜੋ ਕੁਆਲੀਫਿਕੇਸ਼ਨ ਹੈ, ਚਾਹੇ 12+2 ਹੈ, ਚਾਹੇ ਗ੍ਰੈਜੂਏਸ਼ਨ ਹੈ ਜਾਂ ਉਹਦਾ ਕੋਈ ਵਰਕ ਐਕਸਪੀਰੀਅੰਸ ਡਿਟੇਲਸ ਹੈ, ਸਾਰੀ ਪ੍ਰੋਫਾਈਲ ਆਪਣੇ ਕੰਸਲਟੈਂਟ ਦੇ ਨਾਲ ਸ਼ੇਅਰ ਕਰੇ। ਅਤੇ ਉਸ ਤੋਂ ਬਾਅਦ ਆਪਣੀ ਕੋਈ ਪ੍ਰੈਫਰੈਂਸਿਸ ਹੈ ਉਹ ਸ਼ੇਅਰ ਕਰੇ। ਕੋਈ ਕੁਐਸਚਨਸ ਹੈ, ਕੁਝ ਜਾਣਨਾ ਚਾਹੁੰਦਾ ਹੈ, ਕੁਝ ਪ੍ਰੋਵਿੰਸ ਬਾਰੇ ਜਾਣਨਾ ਚਾਹੁੰਦਾ ਹੈ, ਕੁਝ ਕੋਰਸ ਬਾਰੇ ਜਾਣਨਾ ਚਾਹੁੰਦਾ ਹੈ, ਜਾਂ ਆਪਣੀ ਕਨਫਿਊਜ਼ਨ ਬਾਰੇ ਉਹਦੇ ਨਾਲ ਜ਼ਿਕਰ ਕਰੇ। ਅਤੇ ਜਦੋਂ ਇੱਕ ਕੰਸਲਟੈਂਟ ਨੂੰ ਤੁਸੀਂ ਆਪਣੀ ਸਾਰੀ ਪ੍ਰੋਫਾਈਲ ਸ਼ੇਅਰ ਕਰਦੇ ਹੋ, ਤੁਹਾਡੀ ਪ੍ਰੋਫਾਈਲ ਦੇ ਬੇਸਿਸ 'ਤੇ ਕੰਸਲਟੈਂਟ ਤੁਹਾਨੂੰ ਬੈਸਟ ਗਾਈਡੈਂਸ ਪ੍ਰੋਵਾਈਡ ਕਰਕੇ ਦਿੰਦਾ ਹੈ। ਚਾਹੇ ਤੁਹਾਡੀ ਆਰਟਸ ਦੀ ਸਟਰੀਮ ਹੈ, ਕਾਮਰਸ ਦੀ ਸਟਰੀਮ ਹੈ, ਬਿਜ਼ਨਸ ਦੀ ਹੈ, ਇੰਜੀਨੀਅਰਿੰਗ ਦੀ ਹੈ ਜਾਂ ਮੈਡੀਕਲ ਫੀਲਡ ਦੀ ਹੈ। ਜੀ, ਇਹਨਾਂ ਸਾਰੀ ਸਟਰੀਮਸ ਦੇ ਵਿੱਚ ਬਹੁਤ ਸਾਰੀ ਸਬ ਸਟਰੀਮਸ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਪੜ੍ਹਾਈ ਕਰ ਸਕਦੇ ਆ। ਠੀਕ ਹੈ ਜੀ। ਫੋਰ ਐਗਜ਼ਾਮਪਲ, ਜੇ ਕੋਈ ਬਿਜ਼ਨਸ ਦਾ ਸਟੂਡੈਂਟ ਹੈ ਜੀ, ਉਹ ਅਕਾਊਂਟੈਂਸੀ ਵੀ ਲੈ ਸਕਦਾ ਹੈ, ਮਾਰਕੀਟਿੰਗ ਵੀ ਲੈ ਸਕਦਾ ਹੈ, ਡਿਜੀਟਲ ਬਿਜ਼ਨਸ ਵੀ ਲੈ ਸਕਦਾ ਹੈ, ਹਿਊਮਨ ਰਿਸੋਰਸ ਮੈਨੇਜਮੈਂਟ ਵੀ ਲੈ ਸਕਦਾ ਹੈ, ਐਂਡ ਮੈਨੀ ਮੋਰ ਸਟਰੀਮਸ। ਠੀਕ ਹੈ ਜੀ। ਇੰਜੀਨੀਅਰਿੰਗ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਹੈ, ਇਲੈਕਟ੍ਰੀਕਲ ਇੰਜੀਨੀਅਰਿੰਗ ਹੈ, ਮਕੈਨੀਕਲ ਇੰਜੀਨੀਅਰਿੰਗ ਹੈ, ਅਤੇ ਹੋਰ ਬੜੀ ਸਾਰੀ ਫੀਲਡ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਜਾ ਸਕਦਾ ਹੈ। ਠੀਕ ਹੈ ਜੀ। ਇਨ ਦ ਸਿਮਿਲਰ ਫੈਸ਼ਨ ਮੈਡੀਕਲ ਦੇ ਵਿੱਚ ਕਾਈਨੇਸ਼ੀਓਲੋਜੀ, ਨਰਸਿੰਗ, ਫਿਜ਼ੀਓਥੈਰੇਪੀ ਅਤੇ ਹੋਰ ਕਾਫੀ ਫੀਲਡਸ ਔਰ ਅਤੇ ਮੈਡੀਕਲ ਰਿਲੇਟਡ, ਪਬਲਿਕ ਹੈਲਥ ਅਤੇ ਹੋਰ ਬੜੀ ਸਾਰੀ ਫੀਲਡ ਜਿਹਦੇ ਵਿੱਚ ਸਟੂਡੈਂਟ ਜਾ ਸਕਦੇ। ਅਤੇ ਕੰਸਲਟੈਂਟ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਤੁਹਾਡੇ ਲਈ ਬੈਸਟ ਸਟਰੀਮ ਚੂਜ਼ ਕਰਨ ਦੇ ਵਿੱਚ ਮਦਦ ਕਰਦਾ ਹੈ, ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਤੁਸੀਂ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਐਲੀਜੀਬਲ ਹੋ, ਤੁਹਾਡੇ ਅਕੈਡਮਿਕ ਪਰਸੈਂਟੇਜ ਦੇ ਮਾਰਕਸ ਦੇ ਬੇਸਿਸ 'ਤੇ, ਤੁਹਾਡੇ ਆਇਲਟ ਸਕੋਰ ਦੇ ਬੇਸਿਸ 'ਤੇ, ਅਤੇ ਤੁਹਾਡੀ ਚੋਇਸ ਆਫ ਪ੍ਰੈਫਰੈਂਸ ਫॉर ਫਿਊਚਰ ਕਰੀਅਰ ਦੇ ਬੇਸਿਸ 'ਤੇ। ਜੀ। ਅਤੇ ਇਹ ਕੁਐਸਚਨ ਜਿੱਦਾਂ ਕਿ ਆਪਾਂ ਗੱਲ ਕੀਤੀ ਹੈ ਕਿ ਵਿਚ ਕਾਲਜ ਔਰ ਯੂਨੀਵਰਸਿਟੀ ਇਜ਼ ਦਾ ਬੈਸਟ, ਹਾਂਜੀ, ਇਹ ਇੱਕ ਬੇਸਿਕ ਕੁਐਸਚਨ ਹੈ। ਇੱਕ ਸਭ ਤੋਂ ਪਹਿਲਾ ਸਵਾਲ ਹੈ ਜੋ ਸਟੂਡੈਂਟ ਕਿਸੇ ਵੀ ਕੰਸਲਟੈਂਟ ਕੋਲ ਜਾ ਰਿਹਾ ਹੈ ਅਤੇ ਉੱਥੇ ਜਾ ਕੇ ਉਹ ਆਪਣੇ ਬਹੁਤ ਸਾਰੇ ਸਵਾਲਾਂ ਨੂੰ ਲੈ ਕੇ ਜਾ ਰਿਹਾ ਹੈ। ਇਸ ਸਵਾਲ ਦਾ ਮਤਲਬ ਇਹ ਕਿ ਉਹਦੇ ਬਹੁਤ ਸਾਰੇ ਸਵਾਲਾਂ ਨੂੰ ਉਹ ਲੈ ਕੇ ਜਾ ਰਿਹਾ ਹੈ। ਜੀ। ਸੋ ਸ਼ੇਅਰ ਯੋਰ ਪ੍ਰੋਫਾਈਲ ਵਿਦ ਦ ਕੰਸਲਟੈਂਟ ਐਂਡ ਵੀ ਵਿਲ ਗਾਈਡ ਯੂ ਵੇਅਰ ਯੂ ਕੈਨ ਗੋ, ਵਿਚ ਇਜ਼ ਦ ਬੈਸਟ ਸਟਰੀਮ ਫॉर ਯੂ। ਸਟੂਡੈਂਟਸ ਮੇਰੇ ਖਿਆਲ ਤੁਹਾਨੂੰ
ਸਮਝ ਆ ਗਈ ਹੋਏਗੀ ਕਿ ਬੈਸਟ ਕਾਲਜ ਜਾਂ ਯੂਨੀਵਰਸਿਟੀ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਸਿਲੈਕਟ ਕੀਤਾ ਜਾਂਦਾ ਹੈ। ਇਸ ਕਰਕੇ ਹਰ ਪ੍ਰੋਫਾਈਲ ਦੇ ਵਿੱਚ ਇਹ ਜਿਹੜੀ ਡੈਫੀਨੇਸ਼ਨ ਹੈ ਚੇਂਜ ਹੋ ਜਾਏਗੀ। ਅੱਛਾ ਬੇਸ ਸਾਹਿਬ, ਇੱਕ ਚੀਜ਼ ਹੋਰ ਦੱਸੋ ਕਿ ਬੇਸ ਸਾਹਿਬ ਇਹ ਇੱਕ ਆਫਰ ਲੈਟਰ ਕੀ ਹੈ? ਸਰ ਆਫਰ ਲੈਟਰ ਇੱਕ ਆਫਰ ਆਫ ਐਡਮਿਸ਼ਨ ਹੈ ਜੋ ਸਟੂਡੈਂਟ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨ ਤੋਂ ਬਾਅਦ ਉਸ ਨੂੰ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਐਡਮਿਸ਼ਨ ਦੀ ਆਫਰ ਮਿਲਦੀ ਹੈ। ਠੀਕ ਹੈ ਜੀ। ਆਫਰ ਲੈਟਰ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੁੰਦੀ ਹੈ ਕਿ ਸਟੂਡੈਂਟ ਦਾ ਕੋਰਸ ਦਾ ਨਾਮ ਕੀ ਹੈ ਜੀ, ਕਿਹੜੇ ਕੈਂਪਸ ਦੇ ਵਿੱਚ ਸਟੂਡੈਂਟ ਨੇ ਪੜ੍ਹਨਾ ਹੈ, ਠੀਕ ਹੈ ਜੀ, ਉਹਦੀ ਜੁਆਇਨਿੰਗ ਡੇਟ ਕੀ ਹੈ, ਰਾਈਟ ਸਰ, ਐਨੂਅਲ ਫੀਸ ਕੀ ਹੈ ਤੇ ਉਹਨੇ ਕਿੰਨੀ ਫੀਸ ਕਿਸ ਡੈਡਲਾਈਨ ਤੱਕ ਜਮ੍ਹਾਂ ਕਰਾਣੀ ਹੈ। ਠੀਕ ਹੈ ਜੀ। ਤੇ ਇਸ ਆਫਰ ਲੈਟਰ ਦੀ ਕੋਈ ਫੀ ਵੀ ਹੁੰਦੀ ਹੈ ਬੇਸ ਸਾਹਿਬ? ਯੈਸ ਸਰ। ਸਰ ਆਫਰ ਲੈਟਰ ਫੀਸ ਵੇਰੀ ਕਰਦੀ ਹੈ $50 ਕੈਨੇਡੀਅਨ ਡਾਲਰਸ ਤੋਂ ਲੈ ਕੇ $250 ਕੈਨੇਡੀਅਨ ਡਾਲਰਸ ਤੱਕ। ਠੀਕ ਹੈ ਜੀ। ਐਂਡ ਔਨ ਐਨ ਐਵਰੇਜ $100 ਕੈਨੇਡੀਅਨ ਡਾਲਰ ਫੀਸ ਹੁੰਦੀ ਹੈ। ਠੀਕ ਹੈ ਜੀ। ਪਰ ਕੁਝ ਕਾਲਜਸ ਆਫਰ ਲੈਟਰ ਫੀ ਦੇ ਵੇਵਰ ਵੀ ਦੇ ਰਹੇ ਹੁੰਦੇ ਆ ਜਾਂ ਕਈ ਕਾਲਜਸ ਆਫਰ ਲੈਟਰ ਫੀ ਨੇ, ਬਟ ਜਿੰਨੇ ਵੀ ਰੈਪਿਊਟਡ ਕਾਲਜਸ ਹੈਗੇ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਆਫਰ ਲੈਟਰ ਫੀਸ ਹੈ ਹੀ ਹੈ। ਮਤਲਬ ਹਰ ਆਫਰ ਲੈਟਰ ਦੀ ਜਿਹੜੀ ਫੀ ਹੈ ਇੰਸਟੀਟਿਊਸ਼ਨ ਟੂ ਇੰਸਟੀਟਿਊਸ਼ਨ ਡਿਫਰ ਕਰੇਗੀ। ਯੈਸ। ਠੀਕ ਹੈ ਜੀ। ਯੈਸ। ਅੱਛਾ ਮੇਰੇ ਸਾਹਿਬ, ਇੱਕ ਚੀਜ਼ ਹੋਰ ਦੱਸੋ, ਇਹ ਆਫਰ ਲੈਟਰ ਲੈਣ ਲਈ ਆਪਾਂ ਨੂੰ ਡਾਕੂਮੈਂਟੇਸ਼ਨ ਕੀ ਲਗਾਉਣੀ ਪਏਗੀ? ਸਰ ਆਫਰ ਲੈਟਰ ਲੈਣ ਦੇ ਲਈ ਜਿਹੜੀ ਸਾਨੂੰ ਡਾਕੂਮੈਂਟੇਸ਼ਨ ਚਾਹੀਦੀ ਹੈ ਜੀ, ਸਭ ਤੋਂ ਪਹਿਲਾਂ ਤਾਂ ਸਟੂਡੈਂਟ ਦੇ ਅਕੈਡਮਿਕ ਡਾਕੂਮੈਂਟਸ ਜੀ, 10th 12th ਜੀ, ਤੇ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਜੀ, ਤੇ ਸਾਰੀ ਗ੍ਰੈਜੂਏਸ਼ਨ ਦੀ ਮਾਰਕਸ਼ੀਟਸ ਜੀ, ਐਂਡ ਡਿਗਰੀ ਸਰਟੀਫਿਕੇਟ। ਠੀਕ ਹੈ ਜੀ। ਐਂਡ ਜੇ ਕਿਸੇ ਦਾ ਕੋਈ ਵਰਕ ਐਕਸਪੀਰੀਅੰਸ ਹੈ ਹਾਂਜੀ, ਤੇ ਵਰਕ ਐਕਸਪੀਰੀਅੰਸ ਦੇ ਰਿਲੇਟਡ ਡਾਕੂਮੈਂਟਸ, ਚਾਹੇ ਜੁਆਇਨਿੰਗ ਲੈਟਰ ਔਨ ਜੌਬ ਡਿਊਟੀਜ਼ ਹੈ। ਠੀਕ ਹੈ ਜੀ। ਐਂਡ ਇਨ ਸਮ ਯੂਨੀਵਰਸਿਟੀਜ਼ ਰਿਜ਼ਿਊਮ ਇਜ਼ ਆਲਸੋ ਰਿਕੁਆਇਰਡ। ਠੀਕ ਹੈ ਜੀ। ਐਂਡ ਅਪਾਰਟ ਫਰਮ ਦੈਟ ਫॉर ਯੂਨੀਵਰਸਿਟੀ ਐਡਮਿਸ਼ਨਸ ਇੱਕ ਸਟੇਟਮੈਂਟ ਆਫ ਪਰਪਸ ਲੱਗਦਾ ਜਿਹਨੂੰ ਆਪਾਂ ਪਰਸਨਲ ਸਟੇਟਮੈਂਟ ਵੀ ਕਹਿੰਦੇ ਆ। ਬਿਲਕੁਲ ਠੀਕ ਹੈ ਸਰ। ਉਹ ਵੀ ਸਟੂਡੈਂਟ ਵੱਲੋਂ ਲੱਗਦਾ ਹੈ ਐਂਡ ਦ ਪਾਸਪੋਰਟ ਕਾਪੀ। ਠੀਕ ਹੈ ਜੀ। ਪਲੱਸ ਦ ਐਪਲੀਕੇਸ਼ਨ ਫੀਸ ਇਫ ਐਨੀ ਕਾਲਜ ਔਰ ਯੂਨੀਵਰਸਿਟੀ ਇਜ਼ ਚਾਰਜਿੰਗ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ। ਠੀਕ ਹੈ ਜੀ। ਇੱਕ ਵਿੱਚ ਸਭ ਹੋਰ ਵਰਡ ਆਉਂਦਾ ਹੈ ਆਈਜ਼। ਯੈਸ। ਜਿਹਦੇ ਤੋਂ ਕਿ ਆਮ ਬੱਚੇ ਇੱਕ ਵਾਰੀ ਸੁਣ ਕੇ ਘਬਰਾ ਜਾਂਦੇ ਹੈ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਆਈਜ਼ ਦੀ ਕੀ ਰਿਕੁਆਇਰਮੈਂਟ ਹੈ? ਸਰ ਆਇਲਟਸ ਨਾਰਮਲੀ SDS ਕੈਟਾਗਰੀ ਦੇ ਵਿੱਚ 6 ਈਚ ਬੈਂਡ ਚਾਹੀਦੇ ਆ। ਠੀਕ ਹੈ ਜੀ। ਠੀਕ ਹੈ, ਬਟ ਦਿਸ ਇਜ਼ ਫॉर ਵੀਜ਼ਾ। ਜੀ। Most of the colleges in Canada are accepting 6 each band for undergraduate admissions। ਠੀਕ ਹੈ ਜੀ। ਜੋ 12ਵੀਂ ਪਾਸ ਆਊਟ ਸਟੂਡੈਂਟਸ ਹੈ ਜੋ ਅੰਡਰਗ੍ਰੈਜੂਏਟ ਪ੍ਰੋਗਰਾਮਸ ਦੇ ਵਿੱਚ ਜਾਣਾ ਚਾਹੁੰਦੇ ਆ, ਠੀਕ ਹੈ ਜੀ, 6 each IELTS ਦੀ ਰਿਕੁਆਇਰਮੈਂਟ ਰਹਿੰਦੀ ਹੈ। ਜੋ ਪੋਸਟ ਗ੍ਰੈਜੂਏਟ ਜਾਂ ਮਾਸਟਰਸ ਦੇ ਵਿੱਚ ਜਾਣਾ ਚਾਹੁੰਦੇ ਆ ਜੀ, 6.5 ਓਵਰਆਲ ਬੈਂਡ ਰਿਕੁਆਇਰਮੈਂਟ ਚਾਹੀਦੀ ਹੈ। ਠੀਕ ਹੈ ਜੀ। ਮੋਸਟਲੀ ਕਾਲਜ ਔਰ ਯੂਨੀਵਰਸਿਟੀਜ਼ ਮਿਨੀਮਮ ਵੀ 6 ਲੈਂਦੇ ਆ ਈਚ ਦੇ ਵਿੱਚ। ਕੁਝ ਪਰਟੀਕੂਲਰ ਪ੍ਰੋਗਰਾਮਸ ਜਿਵੇਂ ਕਿ ਨਰਸਿੰਗ ਹੋ ਗਿਆ ਜਾਂ ਕੁਝ ਯੂਨੀਵਰਸਿਟੀਜ਼ ਹੈ ਜੋ 7 ਬੈਂਡਸ ਓਵਰਆਲ ਜਾਂ 7.5 ਬੈਂਡਸ ਓਵਰਆਲ ਦੀ ਐਡਮਿਸ਼ਨ ਰਿਕੁਆਇਰਮੈਂਟ ਦੇ ਵਿੱਚ ਵੀ ਆਇਲਟਸ ਰੱਖਦੇ ਆ। ਠੀਕ ਹੈ ਸਰ। ਪਰ ਔਨ ਐਨ ਐਵਰੇਜ ਵੀ ਸੁਜੈਸਟ ਕਿ ਸਟੂਡੈਂਟਸ ਦੇ ਜਦੋਂ ਅਪਲਾਈ ਕਰ ਰਿਹਾ ਜੇ 12ਵੀਂ ਉਹਨੇ ਕੀਤੀ ਹੈ ਜੀ ਤਾਂ ਐਟਲੀਸਟ 6 ਈਚ ਬੈਂਡ ਆਣ। ਤੇ ਜੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਓਵਰਆਲ 6.5 ਨਾਟ ਲੈਸ ਦੈਨ 6 ਇਨ ਈਚ ਮੋਡਿਊਲ। ਆਲਦੋ ਜੇ ਕਿਸੇ ਸਟੂਡੈਂਟ ਦੇ ਇੱਕ ਮੋਡਿਊਲ ਦੇ ਵਿੱਚ 5.5 ਨੇ, ਉਹ ਵੀ ਕਾਲਜ ਜਾਂ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ। ਠੀਕ ਹੈ ਜੀ। ਮੈਂ ਇੱਕ ਵਾਰੀ ਬੜੀ ਸ਼ਾਰਟਲੀ ਰਿਪੀਟ ਕਰ ਦਿੰਦਾ ਸਾਰੀਆਂ ਚੀਜ਼ਾਂ। ਬੱਚੇ SDS ਕੈਟਾਗਰੀ 'ਚ 12ਵੀਂ ਤੋਂ ਬਾਅਦ ਤੁਹਾਨੂੰ ਚਾਹੀਦੇ ਨੇ 6 ਬੈਂਡ, 6.5 ਨਾਟ ਲੈਸ ਦੈਨ 6 ਬੈਂਡ ਚਾਹੀਦੇ ਨੇ ਤੁਹਾਨੂੰ ਪੋਸਟ ਗ੍ਰੈਜੂਏਟ ਡਿਪਲੋਮੇ ਵਾਸਤੇ। ਪਰ ਬੇਸ ਸਾਹਿਬ ਦੇ ਕਹਿਣ ਦੇ ਅਕੋਰਡਿੰਗਲੀ ਕੁਝ ਇੰਸਟੀਟਿਊਸ਼ਨ ਦੇ ਵਿੱਚ ਜਿਸ ਤਰ੍ਹਾਂ ਨਰਸਿੰਗ ਜਾਂ ਮੈਡੀਕਲ ਦੇ ਹਾਈ ਪ੍ਰੋਫਾਈਲ ਕੋਰਸਿਸ ਹੈ ਉੱਥੇ 7 ਨਾਟ ਲੈਸ ਦੈਨ 6.5 ਦੀ ਰਿਕੁਆਇਰਮੈਂਟ ਵੀ ਹੋ ਸਕਦੀ ਹੈ। ਪਰ ਇਸ ਦੇ ਨਾਲ ਹੀ 12ਵੀਂ ਵਾਸਤੇ ਕੁਝ ਕਾਲਜਿਸ 6 ਨਾਟ ਲੈਸ ਦੈਨ 5.51 ਮੋਡਿਊਲ ਦੇ ਉੱਪਰ ਵੀ ਤੁਸੀਂ ਸਮਝ ਲਓ ਕਿ ਐਡਮਿਸ਼ਨਸ ਲੈ ਲੈਂਦੇ ਹੈ ਤੇ ਜਿਹਦੇ 'ਚ ਆਪਾਂ ਨੂੰ ਹੈਲਪ ਹੋ ਜਾਂਦੀ ਹੈ। ਅੱਛਾ ਬੇਸ ਸਾਹਿਬ, ਇੱਕ ਹੋਰ ਸਵਾਲ ਆਉਂਦਾ ਹੈ ਕਿ ਗੈਪ ਕਿੰਨਾ ਕੁ ਸੈਪਟ ਹੁੰਦਾ ਹੈ ਇਹਦੇ 'ਚ? ਸਰ ਨਾਰਮਲੀ 12th ਤੋਂ ਬਾਅਦ 4 ਇਅਰਸ ਤੱਕ ਦਾ ਗੈਪ ਚੱਲ ਜਾਂਦਾ, ਬਟ ਇਟ ਡਿਪੈਂਡਸ ਅਪੋਨ ਕਿਹੜੇ ਇੰਸਟੀਟਿਊਟ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ। ਜੀ। ਕੁਝ ਕਾਲਜਿਸ ਸਿਰਫ 2 ਸਾਲ ਦੇ ਗੈਪ ਨੂੰ ਹੀ ਐਕਸੈਪਟ ਕਰਦੇ ਆ ਤੇ ਕੁਝ 4 ਤੋਂ 5 ਸਾਲ ਦੇ ਗੈਪ ਨੂੰ ਵੀ ਐਕਸੈਪਟ ਕਰ ਲੈਂਦੇ ਆ। ਠੀਕ ਹੈ ਜੀ। ਫॉर पोस्ट ग्रेजुएशन कोर्सेज जो बैचलर्स स्टूडेंट है जो पोस्ट ग्रेजुएट डिप्लोमास ਦੇ ਵਿੱਚ ਜਾਣਾ ਚਾਹੁੰਦੇ ਆ ਯੂਜੂਅਲੀ ਕਾਲਜ ਦੇ ਵਿੱਚ 5 ਇਅਰਸ ਤੱਕ ਦਾ ਗੈਪ ਚੱਲਦਾ ਹੈ।
ਠੀਕ ਹੈ ਸਰ। ਪਰ ਜਦੋਂ ਆਪਾਂ ਯੂਨੀਵਰਸਿਟੀ ਐਡਮਿਸ਼ਨਸ ਦੇ ਲਈ ਜਾਂਦੇ ਆ ਜੀ। ਤੇ ਸਟੂਡੈਂਟ ਕੈਨ ਹੈਵ 10 ਇਅਰਸ ਔਰ ਈਵਨ ਮੋਰ ਨੰਬਰ ਆਫ ਇਅਰਸ ਜੈਨੂਇਨ ਗੈਪ। ਹੁਣ ਅਸੀਂ ਗੈਪ ਨੂੰ ਕੀ ਕਹਿੰਦੇ ਹਾਂ? ਗੈਪ ਇਜ਼ ਦ ਵਰਕ ਐਕਸਪੀਰੀਅੰਸ, ਜਾਂ ਸਟੂਡੈਂਟ ਉਸ ਟਾਈਮ ਤੇ ਕੀ ਕਰ ਰਿਹਾ। ਬਿਲਕੁਲ ਠੀਕ ਹੈ ਸਰ। ਇਟ ਇਜ਼ ਨਾਟ ਕਿ ਸਟੂਡੈਂਟ ਆਈਡਲ ਘਰ ਬੈਠਾ ਤੇ ਉਸ ਨੂੰ ਇੱਕਦਮ ਆਇਆ ਕਿ ਮੈਂ ਪੜ੍ਹਨ ਜਾ ਰਿਹਾ ਤੇ ਅਪਲਾਈ ਕਰਨ ਬੈਠ ਗਿਆ, ਤੇ ਉਸ ਗੈਪ ਨੂੰ ਕੰਸੀਡਰ ਨਹੀਂ ਕਰਨਗੇ। ਮਤਲਬ ਅਗਰ ਬੱਚੇ ਕੋਲ ਗੈਪ ਦੀ ਜਸਟੀਫਿਕੇਸ਼ਨ ਹੈ ਤਾਂ ਗੈਪ ਚੱਲ ਜਾਏਗਾ। ਬਿਲਕੁਲ ਠੀਕ ਹੈ ਜੀ। ਮੇਰਾ ਖਿਆਲ ਤੁਹਾਨੂੰ ਇਹ ਪੁਆਇੰਟ ਵੀ ਕਲੀਅਰ ਹੋ ਗਿਆ ਹੋਏਗਾ ਕਿ ਨਾਰਮਲ ਜਿਹੜਾ ਹੈ 4 ਤੋਂ 5 ਸਾਲ ਦਾ ਗੈਪ ਚੱਲਦਾ ਹੈ ਪੋਸਟ ਗ੍ਰੈਡ ਵਾਸਤੇ, ਲੇਕਿਨ 8 ਤੋਂ 10 ਸਾਲ ਦਾ ਗੈਪ ਵੀ ਚੱਲ ਸਕਦਾ ਹੈ ਅਗਰ ਤੁਸੀਂ ਗੈਪ ਨੂੰ ਜਸਟੀਫਾਈ ਕਰਦੇ ਹੋ। ਮਤਲਬ ਤੁਸੀਂ ਕੋਈ ਕੰਮਕਾਰ ਉਹਦੇ 'ਚ ਕੀਤਾ ਹੈ ਤੇ ਉਹਨੂੰ ਦੱਸ ਕੇ ਤੁਸੀਂ ਆਪਣੇ ਗੈਪ ਨੂੰ ਜਸਟੀਫਾਈ ਕਰਵਾ ਸਕਦੇ ਹੋ। ਇੱਕ ਬੇ ਸਭ ਹੋਰ ਬੜਾ ਨਾਰਮਲ ਕੁਐਸਚਨ ਆਉਂਦਾ ਹੈ ਜਿੱਥੇ ਆ ਕੇ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਕਿ ਬਾਹਰ ਜਾ ਕੇ ਉਹਨਾਂ ਨੂੰ ਡਿਪਲੋਮਾ ਲੈਣਾ ਚਾਹੀਦਾ ਹੈ ਕਿ ਡਿਗਰੀ ਲੈਣੀ ਚਾਹੀਦੀ ਹੈ। ਸਰ ਇਹ ਐਕਚੁਅਲੀ ਬਹੁਤ ਵੱਡਾ ਕਨਫਿਊਜ਼ਨ ਕ੍ਰੀਏਟ ਕਰਦਾ, ਸਪੈਸ਼ਲੀ ਜਦੋਂ ਸਟੂਡੈਂਟਸ ਜਾਂਦੇ ਆ ਕੰਸਲਟੈਂਟਸ ਦੇ ਕੋਲ ਜਾਂ ਆਪਣੇ ਆਲੇ ਦੁਆਲੇ ਹੋਰ ਸਟੂਡੈਂਟਸ ਦੇਖਦੇ ਆ ਕਿ ਉਹ ਇਹ ਦੇਖਦੇ ਆ ਕਿ ਮੋਸਟਲੀ ਸਟੂਡੈਂਟਸ ਡਿਪਲੋਮਾ ਕੋਰਸਿਸ ਵੱਲ ਜਾ ਰਹੇ ਆ, ਹਾਂਜੀ, ਡਿਗਰੀ ਵੱਲ ਨਹੀਂ ਜਾ ਰਹੇ। ਜਦ ਕਿ ਸਟੂਡੈਂਟ ਜਦੋਂ ਇਨੀਸ਼ੀਅਲੀ ਘਰੋਂ ਸਟਾਰਟ ਹੁੰਦਾ ਉਹ ਡਿਗਰੀ ਕੋਰਸਿਸ ਦੇ ਲਈ ਹੀ ਚੱਲਦਾ। ਬਿਲਕੁਲ ਠੀਕ ਹੈ ਸਰ। ਠੀਕ ਹੈ, ਬਟ ਦੇਰ ਆਰ ਡਿਫਰੈਂਟ ਫੈਕਟਰਸ। ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਪਹਿਲੇ, ਸਭ ਤੋਂ ਪਹਿਲਾਂ ਕੈਨੇਡੀਅਨ ਐਜੂਕੇਸ਼ਨ ਨੂੰ ਸਮਝਣਾ ਚਾਹੀਦਾ ਕਿ ਡਿਪਲੋਮਾਸ ਉੱਥੇ ਕੀ ਪ੍ਰੋਵਾਈਡ ਕਰਕੇ ਦੇ ਰਿਹਾ ਤੇ ਡਿਗਰੀ ਕਰਕੇ ਤੁਹਾਨੂੰ ਕੀ ਹਾਸਲ ਹੋ ਸਕਦਾ ਹੈ। ਬਿਲਕੁਲ ਠੀਕ ਹੈ ਜੀ। ਕੈਨੇਡਾ ਦੇ ਵਿੱਚ ਕ੍ਰੈਡਿਟ ਬੇਸਡ ਐਜੂਕੇਸ਼ਨ ਸਿਸਟਮ ਹੈ ਜੀ, ਜਿਹਦੇ ਵਿੱਚ ਕਿ ਤੁਸੀਂ ਚਾਹੇ ਸਰਟੀਫਿਕੇਟ ਪ੍ਰੋਗਰਾਮ ਕਰ ਰਹੇ ਹੋ ਜਾਂ ਕੋਈ ਡਿਪਲੋਮਾ ਪ੍ਰੋਗਰਾਮ ਕਰ ਰਹੇ ਹੋ, ਉਹ ਪ੍ਰੋਗਰਾਮ ਦੇ ਵਿੱਚ ਹਰ ਇੱਕ ਕੋਰਸਿਸ ਜਾਂ ਸਬਜੈਕਟਸ ਕੈਰੀ ਕਰਦੇ ਨੇ ਕ੍ਰੈਡਿਟ ਪੁਆਇੰਟਸ। ਓਕੇ, ਸੋ ਵੈਨਐਵਰ ਯੂ ਗੈਟ ਐਡਮਿਸ਼ਨ ਇਨਟੂ ਅ ਡਿਪਲੋਮਾ ਪ੍ਰੋਗਰਾਮ, ਜਿਹੜੇ ਤੁਸੀਂ ਉੱਥੇ ਸਬਜੈਕਟਸ ਪੜ੍ਹੇ ਆ ਜੀ, ਇੰਡੀਅਨ ਕੰਟੈਕਸਟ ਦੇ ਵਿੱਚ ਅਸੀਂ ਸਬਜੈਕਟ ਕਹਿੰਦੇ ਆ, ਕੈਨੇਡੀਅਨ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਕੋਰਸਿਸ ਕਹਿੰਦੇ ਆ। ਠੀਕ ਹੈ ਸਰ। ਸੋ ਜਿਹੜੇ ਤੁਸੀਂ ਕੋਰਸਿਸ ਕੀਤੇ ਆ ਜੀ, ਉਹ ਹਰੇਕ ਕੋਰਸ ਦੇ ਕੋਈ ਕ੍ਰੈਡਿਟਸ ਤੁਹਾਨੂੰ ਐਡ ਹੋਣਗੇ। ਨਾਰਮਲੀ ਯੂਜੂਅਲੀ ਆਪਾਂ 3 ਕ੍ਰੈਡਿਟਸ ਕਹਿੰਦੇ ਆ। ਸਟੂਡੈਂਟਸ ਆਪਣੇ ਕ੍ਰੈਡਿਟਸ ਨੂੰ ਡਿਪਲੋਮਾ ਦੇ ਕੈਰੀ ਫਾਰਵਰਡ ਕਰ ਸਕਦੇ ਆ ਬੈਚਲਰਸ ਡਿਗਰੀ ਦੀ ਐਡਮਿਸ਼ਨ ਦੇ ਲਈ। ਤੇ ਜੇ ਉਹਨਾਂ ਨੇ ਕੋਈ 2 ਸਾਲ ਦਾ ਡਿਪਲੋਮਾ ਕੀਤਾ ਜੀ ਤੇ ਆਪਣੇ ਕ੍ਰੈਡਿਟਸ ਨੂੰ ਅਗਲੀ ਯੂਨੀਵਰਸਿਟੀ ਦੇ ਵਿੱਚ ਆਪਣੇ ਕ੍ਰੈਡਿਟ ਨੂੰ ਐਕਸੈਪਟ ਕਰਵਾ ਕੇ ਉਹ ਅਗਲੇ 2 ਸਾਲਾਂ ਦੇ ਵਿੱਚ ਆਪਣੀ ਬੈਚਲਰਸ ਵੀ ਕੰਪਲੀਟ ਕਰ ਸਕਦੇ ਆ। ਬਿਲਕੁਲ ਠੀਕ ਹੈ ਸਰ। ਸੋ ਬੇਸਿਕਲੀ ਈਵਨ ਇਫ ਦ ਸਟੂਡੈਂਟਸ ਗੋ ਫॉर ਅ ਡਿਪਲੋਮਾ ਪ੍ਰੋਗਰਾਮ ਇਨ ਕੈਨੇਡਾ, ਹਾਂਜੀ, ਉਹ ਉੱਥੋਂ ਡਿਸਾਈਡ ਵੀ ਕਰ ਸਕਦੇ ਆ ਕਿ ਮੈਂ ਅੱਗੇ ਜਾ ਕੇ ਕਿਹੜੀ ਡਿਗਰੀ ਕੰਪਲੀਟ ਕਰਨੀ ਹੈ ਤੇ ਉਹ ਬੈਚਲਰ ਡਿਗਰੀ ਕਰਕੇ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਆ। ਨੀਡ ਨਾਟ ਕਿ ਸਿਰਫ ਡਿਪਲੋਮਾ ਕਰਕੇ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ। ਤੇ ਜੇ ਸਟੂਡੈਂਟਸ ਨੂੰ ਕੋਈ ਵੀ ਇਹਦੇ ਰਿਲੇਟਡ ਕੋਈ ਕਲੈਰਿਟੀ ਚਾਹੀਦੀ ਹੈ, ਆਪਣੀ ਪ੍ਰੋਫਾਈਲ ਦੇ ਕੋਈ ਵੀ ਕਨਫਿਊਜ਼ਨ ਹੈ, ਤੇ ਸਟੱਡੀ ਨੈਕਸਟ ਗਲੋਬਲ ਕੋਲ ਉਹ ਆ ਕੇ ਆਪਣੀ ਪ੍ਰੋਫਾਈਲ ਸ਼ੇਅਰ ਕਰਨ, ਆਪਣੇ ਕੁਐਰੀ ਸ਼ੇਅਰ ਕਰਨ। ਅਸੀਂ ਉਹਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ ਉਹਨਾਂ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਕਿ ਉਹ ਕਿਹੜੇ ਕੋਰਸ ਦੇ ਵਿੱਚ ਜਾ ਸਕਦੇ ਤੇ ਆਪਣਾ ਕਰੀਅਰ ਕਿੱਦਾਂ ਬਣਾ ਸਕਦੇ ਆ। ਠੀਕ ਹੈ ਜੀ। ਸਟੂਡੈਂਟਸ, ਤੁਹਾਨੂੰ ਇਹ ਹਾਲੇ ਵੀ ਪੁਆਇੰਟ ਕਲੀਅਰ ਹੋ ਗਿਆ ਹੋਵੇਗਾ ਕਿ ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਡਾਊਟ ਹੈ ਤੁਸੀਂ ਸਟੱਡੀ ਨੈਕਸਟ ਗਲੋਬਲ ਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਡਾਊਟਸ ਨੂੰ ਕਲੀਅਰ ਕਰ ਸਕਦੇ ਹੋ। ਵੀ ਸਭ ਇੱਕ ਚੀਜ਼ ਹੋਰ ਬੜੀ ਕਾਮਨ ਦੇਖਣ ਆਉਂਦੀ ਹੈ ਕੈਨੇਡਾ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ। ਹਾਂਜੀ, ਜਿਸ ਤਰ੍ਹਾਂ ਆਪਣੇ ਇੱਥੇ ਕੋਈ ਬੱਚਾ ਮੈਡੀਕਲ ਸਟਰੀਮ ਪੜ੍ਹਦਾ ਹੈ ਤੇ ਉਹਨੇ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲੋਜੀ ਪੜ੍ਹੀ ਹੈ। ਹਾਂਜੀ, ਲੇਕਿਨ ਕੈਨੇਡਾ ਮੈਥਸ ਨੂੰ ਹਰ ਚੀਜ਼ ਦੇ ਵਿੱਚ ਐਕਸਪੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਲਾਈਕ ਮੈਡੀਕਲ ਸਟਰੀਮ 'ਚ ਵੀ, ਤੇ ਕੀ ਇਹਦੀ ਇੰਪੋਰਟੈਂਸ ਮੈਡੀਕਲ ਸਟਰੀਮ 'ਚ ਹੈ ਤੇ ਆਰਟਸ 'ਚ ਵੀ ਉਨੀ ਹੀ ਇੰਪੋਰਟੈਂਸ ਹੈ ਜਾਂ ਉਹਦੀ ਰਿਕੁਆਇਰਮੈਂਟ ਬਣਦੀ ਹੈ ਕੁਝ? ਸਰ ਦੇਖੋ, ਜੋ ਕੈਨੇਡਾ ਦੇ ਵਿੱਚ ਐਜੂਕੇਸ਼ਨ ਸਿਸਟਮ ਹੈ ਉੱਥੇ ਮੈਥਸ ਨੂੰ ਬਹੁਤ ਇੰਪੋਰਟੈਂਸ ਦਿੰਦੇ ਆ ਜੀ। ਤੇ ਆਲਮੋਸਟ ਹਰੇਕ ਫੀਲਡ ਦੇ ਵਿੱਚ, ਚਾਹੇ ਉਹ ਕਮਰਸ ਹੈ ਜੀ, ਚਾਹੇ ਉਹ ਆਰਟਸ ਹੈ, ਚਾਹੇ ਉਹ ਮੈਡੀਕਲ ਫੀਲਡ ਹੈ, ਉਹਨਾਂ ਦੇ ਸਬਜੈਕਟ ਦੇ ਵਿੱਚ ਮੈਥਮੈਟਿਕਸ ਹੁੰਦੀ ਹੀ ਹੈ ਜੀ। ਤੇ ਜ਼ਿਆਦਾਤਰ ਦਿੱਕਤ ਆਉਂਦੀ ਹੈ ਜੋ ਸਟੂਡੈਂਟਸ ਮੈਡੀਕਲ ਲਾਈਨ ਦੇ ਆ ਜੀ ਜਾਂ ਕਮਰਸ ਬੈਕਗਰਾਊਂਡ ਦੇ ਆ, ਜਿਨ੍ਹਾਂ ਨੇ ਰੈਪਿਊਟਿਡ ਕਾਲਜਿਸ ਜਾਂ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣੀ ਹੈ। ਉੱਥੇ ਮੈਥਮੈਟਿਕਸ ਦੀ ਰਿਕੁਆਇਰਮੈਂਟ ਹੋਣ ਕਰਕੇ ਜੀ ਉਹ ਐਡਮਿਸ਼ਨ ਨਹੀਂ ਲੈ ਪਾਉਂਦੇ। ਕਰੈਕਟ ਸਰ। ਫਿਰ ਉਹ ਕੰਪਰੋਮਾਈਜ਼ ਕਰਦੇ ਆ ਉਹਨਾਂ ਕਾਲਜਿਸ ਦੇ ਵਿੱਚ ਜਿੱਥੇ ਮੈਥਮੈਟਿਕਸ ਦੀ ਰਿਕੁਆਇਰਮੈਂਟ ਹੁੰਦੀ ਹੈ। ਕਰੈਕਟ। ਐਂਡ ਮੈਡੀਕਲ ਫੀਲਡ ਦੇ ਵਿੱਚ ਵੀ ਇਹੀ ਪ੍ਰੋਬਲਮ ਆਉਂਦੀ ਹੈ। ਸਪੋਜ਼ ਕਿਸੇ ਨੇ ਮੈਡੀਕਲ ਰਿਲੇਟਡ ਜਿਵੇਂ ਫਾਰਮੇਸੀ ਹੋ ਗਿਆ ਹਾਂਜੀ, ਜਾਂ ਨਰਸਿੰਗ ਹੋ ਗਿਆ ਜੀ, ਜਾਂ ਫਿਜ਼ੀਓਥੈਰੇਪੀ ਰਿਲੇਟਡ ਕੋਰਸਿਸ ਦੇ ਵਿੱਚ ਜਾਣਾ ਹੈ ਜੀ, ਹੋਰ ਬੜੇ ਸਾਰੇ ਕੋਰਸਿਸ ਹੈ ਜਿਨ੍ਹਾਂ ਦੇ ਵਿੱਚ ਉਹ ਐਡਮਿਸ਼ਨ ਲੈਣਾ ਚਾਹੁੰਦੇ ਆ ਜੀ। ਇਹਦੇ ਵਿੱਚ ਸਟੂਡੈਂਟ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕੈਨੇਡਾ ਦੇ ਵਿੱਚ ਬਹੁਤ ਸਾਰੇ ਪਾਥਵੇਜ਼ ਨੇ ਤੇ ਇਹਦੇ ਵਿੱਚ ਬਹੁਤ ਸਾਰੇ ਪਾਥਵੇ ਪ੍ਰੋਗਰਾਮਸ ਹੈ ਜੋ ਸਟੂਡੈਂਟਸ ਲੈ ਸਕਦੇ ਆ। ਜਿੱਦਾਂ ਕਿ ਪ੍ਰੀ ਹੈਲਥ ਸਾਇੰਸ ਦਾ ਪ੍ਰੋਗਰਾਮ ਹੈ, ਉਹਦੇ ਥਰੂ ਸਟੂਡੈਂਟ ਉਸੇ ਕਾਲਜ ਦੇ ਵਿੱਚ
डिप्लोमाज इनटू नर्सिंग, डिप्लोमा इनटू फार्मेसी, डिप्लोमा इनटू ਫਿਜ਼ੀਓਥੈਰੇਪੀ ਜਾਂ ਮੈਡੀਕਲ ਫੀਲਡ ਦੇ ਵਿੱਚ ਹੋਰ ਪਬਲਿਕ ਹੈਲਥ ਹੋ ਗਿਆ ਜੀ, ਤੇ ਉਹਦੇ ਵਿੱਚ ਐਡਮਿਸ਼ਨ ਲੈ ਸਕਦੇ ਆ। In addition to it, there are some universities which are also providing pathways like ICM, International College of Manitoba ਦੇ through ਠੀਕ ਹੈ ਜੀ, 1 ਸਾਲ ਕੋਰਸ ਕਰਕੇ ਉਸ ਸੈਕੰਡ ਈਅਰ ਤੋਂ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਆਪਣੀ ਮੈਡੀਕਲ ਲਾਈਨ ਦੇ ਵਿੱਚ ਪੜ੍ਹਾਈ ਕਰ ਸਕਦੇ ਆ। ਬਿਲਕੁਲ ਠੀਕ ਹੈ ਸਟੂਡੈਂਟਸ, ਮੈਨੂੰ ਲੱਗਦਾ ਤੁਹਾਨੂੰ ਤੁਹਾਡੇ ਕੁਐਸਚਨ ਦਾ ਜਵਾਬ ਮਿਲ ਗਿਆ ਹੋਵੇਗਾ। ਬੇਸ ਸਾਹਿਬ ਨੇ ਬੜਾ ਆਸਾਨੀ ਨਾਲ ਸਮਝਾਤਾ ਹੈ ਕਿ ਜੇ ਤੁਸੀਂ ਮੈਡੀਕਲ ਸਟਰੀਮ ਦੇ ਵਿੱਚ ਮੈਥਸ ਨਹੀਂ ਪੜ੍ਹਿਆ ਔਰ ਤੁਸੀਂ ਕੈਨੇਡਾ ਜਾ ਕੇ ਮੈਡੀਕਲ ਕਰਨਾ ਚਾਹੁੰਦੇ ਹੋ ਤਾਂ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਉੱਥੇ ਨਾਰਮਲੀ ਇੰਸਟੀਟਿਊਸ਼ਨ ਦੇ ਵਿੱਚ ਪ੍ਰੀ ਮੈਡੀਕਲ ਦੇ ਕੋਰਸਿਸ ਚੱਲਦੇ ਹੈ, ਤੁਸੀਂ ਉਹਨੂੰ ਕਰਕੇ ਫਰਦਰ ਆਪਣੀ ਚੋਇਸ ਦਾ ਅੱਗੇ ਪ੍ਰੋਗਰਾਮ ਲੈ ਸਕਦੇ ਹੋ। ਬੇਸ ਸਾਹਿਬ ਇੱਕ ਹੋਰ ਕੁਐਸਚਨ ਆਉਂਦਾ ਹੈ, ਨਾਰਮਲੀ ਯੂਨੀਵਰਸਿਟੀ ਲੈਵਲ ਤੇ ਆਉਂਦਾ ਹੈ ਹਾਂਜੀ ਕਿ ਐਡਮਿਸ਼ਨ ਦੇ ਵਿੱਚ ਉਹ ਲੋਕ ਮੰਗਦੇ ਨੇ ਇੱਕ ਤੁਸੀਂ ਜੀ ਆਪਣੇ ਤੇ ਐਸੇ ਲਿਖੋ, ਮਤਲਬ ਐਸੇ ਲਿਖ ਕੇ ਦਿਖਾਓ। ਉਹ ਐਸੇ ਦਾ ਕੀ ਮਤਲਬ ਹੈ? ਸਰ ਬੇਸਿਕਲੀ ਯੂਨੀਵਰਸਿਟੀ ਐਡਮਿਸ਼ਨਸ ਦਾ ਹੀ ਪਾਰਟ ਰਹਿੰਦਾ ਜੀ, ਤੇ ਐਸੇ ਨੂੰ ਅਸੀਂ ਪਰਸਨਲ ਸਟੇਟਮੈਂਟ ਵੀ ਕਹਿ ਦਿੰਦੇ ਆ, ਸਟੇਟਮੈਂਟ ਆਫ ਪਰਪਸ ਵੀ ਕਹਿ ਦਿੰਦੇ ਆ। ਹਾਂਜੀ, ਤੇ ਇਹਦੇ ਵਿੱਚ ਸਟੂਡੈਂਟ ਇੱਕ ਤਾਂ ਆਪਣੀ ਪ੍ਰੋਫਾਈਲ ਨੂੰ ਦੱਸਦਾ ਹੀ ਆਪਣੇ ਬਾਰੇ, ਵਧੀਆ ਆਪਣੀ ਅਚੀਵਮੈਂਟਸ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਸਟੂਡੈਂਟ ਇਹ ਵੀ ਦੱਸਦਾ ਕਿ ਸਟੂਡੈਂਟ ਨੂੰ ਕੀ ਮੋਟੀਵੇਸ਼ਨ ਹੈ ਕਿ ਉਹਨੇ ਆਹ ਵਾਲਾ ਕਰੀਅਰ ਪਾਥ ਚੁਣਿਆ, ਪਰਟੀਕੂਲਰ ਸਬਜੈਕਟ ਚੁਣਿਆ, ਆ ਪਰਟੀਕੂਲਰ ਯੂਨੀਵਰਸਿਟੀ ਚੁਣੀ ਹੈ। ਤੇ ਇਹਦੇ ਬੇਸਿਸ ਤੇ ਸਟੂਡੈਂਟਸ ਨੂੰ ਕਈ ਵਾਰ ਸਕਾਲਰਸ਼ਿਪਸ ਵੀ ਮਿਲਦੀ ਹੈ। ਅੱਛਾ ਜੀ, ਯੈਸ ਬੱਚੇ ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਵੇਗਾ। ਐਸੇ ਦੇ ਨਾਮ ਤੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਐਡਮਿਸ਼ਨ ਐਸੇ ਦੇ ਨਾਮ ਤੇ ਤੁਸੀਂ ਇਹ ਦੱਸਣਾ ਹੈ ਕਿ ਤੁਸੀਂ ਉਹ ਸਬਜੈਕਟ ਕਿਉਂ ਚੁਣਿਆ, ਤੁਸੀਂ ਪਰਟੀਕੂਲਰ ਉਹ ਇੰਸਟੀਟਿਊਸ਼ਨ ਕਿਉਂ ਚੁਣਿਆ, ਤੁਹਾਨੂੰ ਉਹ ਪੜ੍ਹਾਈ ਕਰਨ ਤੋਂ ਬਾਅਦ ਅੱਗੇ ਫਰਦਰ ਕੀ ਕੀ ਫਾਇਦੇ ਹੋ ਸਕਦੇ ਹੈ। ਠੀਕ ਹੈ, ਮਤਲਬ ਤੁਸੀਂ ਸਭ ਕੁਝ ਆਪਣੇ ਸਬਜੈਕਟ ਦੇ ਰਿਲੇਟਡ ਹੀ ਗੱਲ ਕਰਨੀ ਹੈ। ਬੇਸ਼ੱਕ ਇੱਕ ਹੋਰ ਇਹਦੇ ਨਾਲ ਇੱਕ ਹੋਰ ਪੁਆਇੰਟ ਆਉਂਦਾ ਰਿਲੇਟਡ ਕਿ ਜੀ ਤੁਸੀਂ ਰੈਫਰੈਂਸਿਸ ਦਿਓ। ਰੈਫਰੈਂਸਿਸ ਨੂੰ ਥੋੜਾ ਜਿਹਾ ਕਲੀਅਰ ਕਰੋਗੇ ਜਰਾ? ਸਰ ਰੈਫਰੈਂਸਿਸ ਬੇਸਿਕਲੀ ਮੋਸਟਲੀ ਇਟ ਇਜ਼ ਅਗੇਨ ਯੂਜ਼ਡ ਫॉर ਯੂਨੀਵਰਸਿਟੀ ਐਡਮਿਸ਼ਨਸ ਜੀ। ਤੇ ਜੇ ਅੰਡਰ ਗ੍ਰੈਜੂਏਟ ਹੈ ਜਾਂ ਮਾਸਟਰਸ ਦਾ ਪ੍ਰੋਗਰਾਮ ਹੈ ਜੀ, ਉਹਦੇ ਵਿੱਚ ਐਡਮਿਸ਼ਨ ਲੈਣਾ ਹੈ ਤੇ ਉਹਦੇ ਰੈਫਰੈਂਸਿਸ ਹੁੰਦੇ ਆ। ਨਾਰਮਲੀ ਜੋ ਰੈਫਰੈਂਸਿਸ ਜੋ ਸਟੂਡੈਂਟਸ ਨੇ ਪ੍ਰੋਵਾਈਡ ਕਰਨੇ ਹੁੰਦੇ ਆ, ਸਭ ਤੋਂ ਪਹਿਲਾ ਟਾਈਪ ਆਫ ਰੈਫਰੈਂਸ ਹੈ ਐਕੈਡਮਿਕ ਰੈਫਰੈਂਸ। ਇਹਦੇ ਵਿੱਚ ਸਟੂਡੈਂਟ ਆਪਣੀ ਕਾਲਜ ਜਾਂ ਫੈਕਲਟੀ ਤੋਂ ਆਪਣੀ ਰੈਫਰੈਂਸ ਪਾਉਂਦਾ, ਜਿਹਦੇ ਵਿੱਚ ਜੋ ਰੈਫਰਰ ਹੈ ਜੀ ਉਹ ਸਟੂਡੈਂਟ ਬਾਰੇ ਉਹਦੀ ਅਕੈਡਮਿਕ ਅਚੀਵਮੈਂਟ ਜਾਂ ਉਹਦੀ ਕੋਈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈ ਜਾਂ ਉਹਦੀ ਪਾਰਟਿਸਿਪੇਸ਼ਨ ਹੈ ਐਂਡ ਪੋਜ਼ਿਟਿਵਸ ਔਰ ਐਨੀਥਿੰਗ ਅਬਾਊਟ ਦ ਸਟੂਡੈਂਟ ਉਹ ਮੈਂਸ਼ਨ ਕਰਕੇ ਦਿੰਦੇ ਆ। ਤੇ ਦਿਸ ਇਜ਼ ਸੈਂਡ ਬਾਈ ਈਮੇਲ ਔਰ ਔਨ ਦ ਲੈਟਰ ਹੈਡ ਆਫ ਦ ਫੈਕਲਟੀ ਔਰ ਦ ਯੂਨੀਵਰਸਿਟੀ। ਦੂਸਰਾ ਟਾਈਪ ਆਫ ਰੈਫਰੈਂਸ ਹੈ ਪ੍ਰੋਫੈਸ਼ਨਲ ਰੈਫਰੈਂਸ। ਠੀਕ ਹੈ ਜੀ। ਪ੍ਰੋਫੈਸ਼ਨਲ ਰੈਫਰੈਂਸ ਦੇ ਵਿੱਚ ਜੇ ਸਟੂਡੈਂਟ ਜਿਨ੍ਹਾਂ ਦੇ ਵਰਕ ਐਕਸਪੀਰੀਐਂਸਿਸ ਹੈ ਤੇ ਉਹ ਆਪਣੀ ਜੋ ਉਹਦਾ EMPLOYER ਹੈ ਜਾਂ ਉਹਦਾ ਰਿਪੋਰਟਿੰਗ ਮੈਨੇਜਰ ਹੈ ਉਹਨਾਂ ਤੋਂ ਰੈਫਰੈਂਸ ਪਾਉਂਦਾ। ਤੇ ਜਿਨ੍ਹਾਂ ਦੇ ਜਿਹੜੇ ਸਟੂਡੈਂਟਸ ਦੇ ਵਿੱਚ ਦੇ ਵਰਕ ਐਕਸਪੀਰੀਐਂਸ ਹੈ ਉਹਨਾਂ ਦੇ ਪ੍ਰੋਫੈਸ਼ਨਲ ਰੈਫਰੈਂਸਿਸ ਵੀ ਚੱਲਦੇ ਅਕੈਡਮਿਕ ਨਾਲ। ਸਮਟਾਈਮਸ ਸਟੂਡੈਂਟਸ ਹੈਵ ਟੂ ਪ੍ਰੋਵਾਈਡ ਬੋਥ ਅਕੈਡਮਿਕ ਐਂਡ ਪ੍ਰੋਫੈਸ਼ਨਲ ਰੈਫਰੈਂਸਿਸ। ਠੀਕ ਹੈ ਜੀ। ਬੱਚੇ ਤੁਹਾਨੂੰ ਇਹ ਵੀ ਪੁਆਇੰਟ ਕਲੀਅਰ ਹੋ ਗਿਆ ਹੋਏਗਾ ਜਿਸ ਤਰ੍ਹਾਂ ਬੇਸ ਸਾਹਿਬ ਨੇ ਬੜਾ ਕਲੀਅਰ ਕਰਕੇ ਸਮਝਾਇਆ ਕਿ ਜਿਹੜੇ ਅਕੈਡਮਿਕ ਰੈਫਰੈਂਸਿਸ ਹੈ ਉਸ ਤੋਂ ਉਹ ਯੂਨੀਵਰਸਿਟੀ ਨੂੰ ਇਹ ਸਮਝ ਆ ਜਾਂਦੀ ਹੈ ਜਿੱਥੇ ਤੁਸੀਂ ਪੜ੍ਹਨ ਜਾ ਰਹੇ ਹੋ ਕਿ ਬੱਚੇ ਦਾ ਕੈਲੀਬਰ ਕੀ ਹੈ, ਇਹਦੀ ਇੰਟੈਲੀਜੈਂਸੀ ਦਾ ਲੈਵਲ ਕੀ ਹੈ, ਕਿ ਅਸੀਂ ਇਹਨੂੰ ਜੇ ਐਡਮਿਸ਼ਨ ਦੇ ਰਹੇ ਹਾਂ ਤਾਂ ਬੱਚਾ ਇਸ ਕੋਰਸ ਨੂੰ ਕੰਪਲੀਟ ਕਰੇਗਾ ਸਕਸੈਸਫੁਲੀ। ਇਹ ਚੀਜ਼ਾਂ ਦੇਖੀਆਂ ਜਾਂਦੀਆਂ। ਅਤੇ ਪ੍ਰੋਫੈਸ਼ਨਲੀ ਜਿਸ ਬੰਦੇ ਨਾਲ ਤੁਸੀਂ ਕੰਮ ਕੀਤਾ ਹੈ ਉਹਦਾ ਇੱਕ ਰੈਫਰੈਂਸ ਕਿ ਬੰਦਾ ਕੰਮ ਕਰਨ 'ਚ ਕਿਸ ਤਰ੍ਹਾਂ ਹੈ, ਗੱਲਬਾਤ 'ਚ ਕਿਸ ਤਰ੍ਹਾਂ ਹੈ, ਕਰੈਕਟਰ ਵਾਈਜ਼ ਕਿਸ ਤਰ੍ਹਾਂ ਹੈ, ਨੋਰਮਲ ਬਿਹੇਵੀਅਰ ਇਹਦਾ ਕੀ ਹੈਗਾ, ਬਸ ਇਹੀ ਹੁੰਦਾ। ਕੋਈ ਖਾਸ ਇਹਦੇ ਵਿੱਚ ਕੋਈ ਲੰਬੀ ਚੌੜੀ ਗੱਲ ਹੋਰ ਨਹੀਂ ਹੈਗੀ। ਅੱਛਾ ਮੇਰੇ ਸਾਹਿਬ ਇਹਨਾਂ ਚੀਜ਼ਾਂ ਤੋਂ ਇਲਾਵਾ ਨਾ ਇੱਕ ਹੋਰ ਪੁਆਇੰਟ ਆਉਂਦਾ ਹੈ। ਨਾਰਮਲੀ ਐਪਲੀਕੇਸ਼ਨ ਜਿਹੜੀਆਂ ਆਪਾਂ ਯੂਨੀਵਰਸਿਟੀਜ਼ ਦੀਆਂ ਭਰਦੇ ਹਾਂ ਉਹਨਾਂ 'ਚ ਇੱਕ ਪੁਆਇੰਟ ਆਉਂਦਾ ਕਿ ਜੀ ਐਕਸਟਰਾ ਕਰਿਕੂਲਰ ਐਕਟੀਵਿਟੀ। ਹਾਂਜੀ। ਕੀ ਤੁਸੀਂ ਬੱਚੇ ਨੇ ਮਤਲਬ ਕਦੀ ਪਾਰਟਿਸਿਪੇਟ ਕੀਤਾ ਹੈ ਜਾਂ ਨਹੀਂ ਕੀਤਾ ਜਾਂ ਕਿਸ ਲੈਵਲ 'ਤੇ ਕੀਤਾ ਹੈ, ਇਹਦਾ ਕੀ ਰੋਲ ਹੈ ਸਰ ਉਹਦੇ 'ਚ? ਸਰ ਅਗੇਨ ਇਟ ਇਜ਼ ਪਾਰਟ ਆਫ ਦ ਯੂਨੀਵਰਸਿਟੀ ਐਡਮਿਸ਼ਨਸ ਬਟ ਇਟ ਇਜ਼ ਅ ਵੈਰੀ ਇੰਪੋਰਟੈਂਟ ਪਾਰਟ। ਅੱਛਾ ਜੀ। ਸਟੂਡੈਂਟਸ ਨੇ ਕੋਈ ਸਪੋਰਟਸ ਦੀ ਕੋਈ ਐਕਟੀਵਿਟੀ ਕੀਤੀ ਹੈ, ਸਪੋਰਟਸ ਦੇ ਵਿੱਚ ਕੋਈ ਪਾਰਟਿਸਿਪੇਸ਼ਨ ਕੀਤੀ ਹੈ, ਚਾਹੇ ਬੈਡਮਿੰਟਨ ਹੈ, ਸਵਿਮਿੰਗ ਹੈ, ਚੈਸ ਹੈ, ਕ੍ਰਿਕਟ ਹੈ, ਕੋਈ ਡਰਾਮਾਜ਼ ਪਲੇਜ਼ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ ਜੀ, ਜਾਂ ਕੋਈ ਡੈਕਲਾਮੇਸ਼ਨ ਕੰਟੈਸਟਸ ਹੈ, ਕੋਈ ਕੰਪੀਟੀਟਿਵ ਐਗਜ਼ਾਮਸ ਨੇ। ਕਰੈਕਟ ਸਰ। ਜਾਂ ਕੋਈ ਵਲੰਟੀਅਰਿੰਗ ਐਕਟੀਵਿਟੀ ਜਿਵੇਂ ਬਲੱਡ ਡੋਨੇਸ਼ਨ ਹੋ ਗਿਆ ਜੀ, ਜਾਂ ਕੋਈ ਹੋਰ ਕੈਂਪਸ ਲੱਗ ਗਏ, ਕੋਈ ਸਿਟੀ ਨੂੰ ਸੁਧਾਰਨ ਦੇ ਲਈ ਕੋਈ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕੀਤਾ। ਤੇ ਇਹਨਾਂ ਸਭ ਦੇ ਲਈ ਜੋ ਯੂਨੀਵਰਸਿਟੀ ਦੀ ਫੈਕਲਟੀ ਹੈ, ਜੋ ਐਡਮਿਸ਼ਨਸ ਫੈਕਲਟੀ ਹੈ, ਉਹ ਇਹਨਾਂ ਨੂੰ ਵੀ ਵੇਟੇਜ ਦਿੰਦੀ ਹੈ ਸਟੂਡੈਂਟ ਦੀ ਅਕੈਡਮਿਕਸ ਤੋਂ ਇਲਾਵਾ।
ਜਾਂ ਉਹਦੇ ਆਇਲਟਸ ਬੈਂਡ ਸਕੋਰ ਤੋਂ ਇਲਾਵਾ ਜਾਂ ਕੋਈ ਹੋਰ ਚਾਹੇ SAT ਕੀਤਾ ਸਟੂਡੈਂਟ ਨੇ ਜਾਂ GRE GMAT ਵੀ ਕੀਤਾ, ਇਹਨਾਂ ਸਭ ਚੀਜ਼ਾਂ ਨੂੰ ਵੀ ਵੇਟੇਜ ਮਿਲਦੀ ਹੈ। ਠੀਕ ਹੈ ਜੀ। ਇਹਦਾ ਮਤਲਬ ਇਹ ਹੋ ਗਿਆ ਬੱਚੋ ਕਿ ਜੇ ਤੁਸੀਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਸਕੂਲ ਜਾਂ ਕਾਲਜ ਲੈਵਲ ਤੇ, ਤੁਸੀਂ ਕੋਈ ਲੋਕਲ ਲੈਵਲ ਦੀਆਂ ਸਪੋਰਟਸ ਕੀਤੀਆਂ, ਕਾਲਜ ਲੈਵਲ ਦੀਆਂ ਜਾਂ ਡਿਸਟ੍ਰਿਕਟ ਲੈਵਲ ਦੀਆਂ ਜਾਂ ਸਟੇਟ ਲੈਵਲ ਦੀਆਂ, ਜਾਂ ਤੁਸੀਂ ਨੈਸ਼ਨਲ ਖੇਡੇ ਹੋ, ਜਾਂ ਤੁਸੀਂ ਡਰਾਮੈਟਿਕ ਕਲੱਬ ਵਿੱਚ ਸੀ, ਜਾਂ ਤੁਸੀਂ ਰੈੱਡ ਕਰਾਸ ਦੇ ਨਾਲ ਮਿਲ ਕੇ ਕੋਈ ਬਲੱਡ ਡੋਨੇਸ਼ਨ ਕੈਂਪ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ, ਜਾਂ ਤੁਸੀਂ RSS 'ਚ ਸੀਗੇ ਜਾਂ NCC ਸੀਗੇ, ਤੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਵੇਟੇਜ ਐਕਸਟਰਾ ਮਿਲੇਗੀ ਐਡਮਿਸ਼ਨ ਦੇ ਵਿੱਚ। ਠੀਕ ਹੈ ਜੀ। ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਹੋਰ ਵਰਡ ਆਉਂਦਾ ਹੈ ਬਿਸਾ, ਜਿਹਦੇ 'ਚ ਬੱਚੇ ਅਕਸਰ ਆ ਕੇ ਪੁੱਛਦੇ ਨੇ ਕਿ ਜੀ ਸਾਨੂੰ ਕੋਈ ਕੋਆਪ ਵਾਲਾ ਕੋਰਸ ਮਿਲ ਸਕਦਾ ਹੈ, ਉਹ ਕੋਆਪ ਕੀ ਹੈ? ਸਰ ਬੇਸਿਕਲੀ ਕੋਆਪ ਇਜ਼ ਆਲਸੋ ਨੋਨ ਐਜ਼ ਕੋਆਪਰੇਟਿਵ ਐਜੂਕੇਸ਼ਨ। ਅੱਛਾ ਜੀ। ਇਹਦੇ ਵਿੱਚ ਸਟੂਡੈਂਟਸ ਆਪਣੇ ਆਲਟਰਨੇਟ ਸਮੈਸਟਰਸ ਦੇ ਵਿੱਚ ਆਪਣੀ ਇੰਡਸਟਰੀ, ਆਪਣੀ ਸਟੱਡੀ ਨਾਲ ਰਿਲੇਟਡ ਇੰਡਸਟਰੀ ਦੇ ਵਿੱਚ ਕੰਮ ਕਰ ਸਕਦਾ, ਤੇ ਉਹਦੇ ਵਿੱਚ ਹੀ ਆਲਸੋ ਗੈਟਸ ਪੇਡ। ਉਹਨੂੰ ਕੁਛ ਨਾ ਕੁਛ ਰੈਮਿਊਨਰੇਸ਼ਨ, ਕੁਛ ਪਰ ਆਵਰ ਵੇਜਿਸ ਦੇ ਹਿਸਾਬ ਨਾਲ ਹੀ ਕੈਨ ਅਰਨ ਆਲਸੋ। ਠੀਕ ਹੈ ਜੀ। ਤੇ ਕੋਆਪ ਦੇ ਬੈਨੀਫਿਟਸ ਕੀ ਹੈ? ਕੋਆਪ ਦਾ ਸਭ ਤੋਂ ਪਹਿਲਾ ਬੈਨੀਫਿਟ ਹੈ ਕਿ ਸਟੂਡੈਂਟ ਨੂੰ ਕੋਈ ਪ੍ਰੈਕਟੀਕਲ ਸਕਿੱਲਸ ਗੇਨ ਕਰਨ ਦਾ ਮੌਕਾ ਮਿਲਦਾ। ਠੀਕ ਹੈ ਸਰ। ਉਹਦੇ ਚਾਂਸਸ ਆਫ ਗੈਟਿੰਗ ਐਨ ਆਫਰ ਫਰੋਮ ਦ EMPLOYER, ਜਿਹੜੇ EMPLOYER ਦੇ ਅੰਡਰ ਉਹਨੇ ਕੰਮ ਕੀਤਾ, ਉਸ ਤੋਂ ਵੀ ਉਹਨੂੰ ਆਫਰ ਲੈਟਰ ਮਿਲ ਸਕਦੀ ਹੈ ਆਫਟਰ ਕੰਪਲੀਟਿੰਗ ਦ ਕੋਰਸ। ਐਂਡ ਸਟੂਡੈਂਟ ਆਲਸੋ ਅਰਨਸ ਟੂ ਪੇ ਫॉर ਦ ਟਿਊਸ਼ਨ ਫੀਸ। ਅੱਛਾ ਜੀ। ਪਲੱਸ ਸਟੂਡੈਂਟ ਆਪਣੇ ਜਦੋਂ ਟਿਊਸ਼ਨ ਫੀ ਪੇ ਕਰ ਸਕਦਾ ਹੈ ਤਾਂ ਉਹਦੇ ਐਕਸਪੈਂਸਿਸ ਇੱਕ ਤਰੀਕੇ ਨਾਲ ਮੈਨੇਜ ਕਰਨੇ ਸ਼ੁਰੂ ਕਰ ਦਿੰਦਾ। ਬਿਲਕੁਲ ਠੀਕ ਹੈ ਸਰ। ਇਹਦਾ ਮਤਲਬ ਇਨ ਸ਼ਾਰਟ ਇਹ ਹੋ ਗਿਆ ਜੀ ਕਿ ਇੰਟੈਲੀਜੈਂਟ ਬੱਚਿਆਂ ਦੀ ਵੈਲਿਊ ਇੱਥੇ ਵੀ ਪੈਂਦੀ ਹੈ ਤੇ ਬਾਹਰ ਜਾ ਕੇ ਵੀ ਪੈਂਦੀ ਹੈ, ਕਿ ਬੱਚੇ ਅਗਰ ਇੰਟੈਲੀਜੈਂਟ ਹੈਗੇ ਤੇ ਜੇ ਤੁਹਾਨੂੰ ਕੋਆਪ ਪ੍ਰੋਗਰਾਮ ਮਿਲਦਾ ਹੈ ਤੇ ਤੁਸੀਂ ਉਹ ਪੈਸੇ ਨੂੰ ਅਰਨ ਕਰਕੇ ਐਕਸਟਰਾ ਨੂੰ ਆਪਣੇ ਸਟੱਡੀ ਦੇ ਵਿੱਚ ਯੂਜ਼ ਕਰ ਸਕਦੇ ਹੋ, ਜਾਂ ਪੇਰੈਂਟਸ ਹੀ ਆਪਣਿਆਂ ਦੀ ਹੈਲਪ ਕਰ ਸਕਦੇ ਹੋ। ਅੱਛਾ ਬੇਸਾ, ਇੱਕ ਸਾਰਿਆਂ ਤੋਂ ਓਵਰਆਲ ਇੱਕ ਸਭ ਤੋਂ ਵੱਡਾ ਕੁਐਸਚਨ ਇਹ ਆਉਂਦਾ ਹੈ ਕਿ ਜੇ ਆ ਬੱਚੇ ਨੇ ਕੈਨੇਡਾ ਬਾਹਰ ਜਾ ਕੇ ਪੜ੍ਹਨਾ ਹੈ, ਉਹਨੂੰ ਕਿੰਨੀ ਦੇਰ ਪਹਿਲਾਂ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਕਿੰਨੀ ਦੇਰ ਪਹਿਲਾਂ ਉਹਨੂੰ ਆਪਣੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਤਾਂ ਕਿ ਉਹ ਟਾਈਮ ਸਿਰ ਉੱਥੇ ਪਹੁੰਚ ਸਕੇ ਤੇ ਫਾਲਤੂ ਦੇ ਧੱਕੇ ਖਾਣ ਤੋਂ ਬਚ ਜਾਏ, ਤਾਂ ਕਿ ਜਿੱਥੇ ਉਹ ਅਪਲਾਈ ਕਰੇ ਜਿਹੜਾ ਅੱਛੇ ਕਾਲਜ ਜਾਂ ਕੋਰਸ ਵਿੱਚ ਉਹ ਐਡਮਿਸ਼ਨ ਲੈਣਾ ਚਾਹੁੰਦਾ ਤਾਂ ਕਿ ਉਹਨੂੰ ਮਿਲ ਸਕੇ। ਸਰ ਇਹਨੂੰ ਆਪਾਂ ਇੱਦਾਂ ਵੀ ਕੁਐਸਚਨ ਉੱਪਰ ਹੀ ਫਰੇਮ ਕਰ ਸਕਦੇ ਹਾਂ, ਵਾਟ ਇਜ਼ ਦ ਰਾਈਟ ਟਾਈਮ ਟੂ ਪਲਾਨ ਟੂ ਸਟੱਡੀ ਇਨ ਕੈਨੇਡਾ। ਬਿਲਕੁਲ ਠੀਕ ਹੈ ਸਰ। ਦੇਖੋ ਕੈਨੇਡਾ ਦੇ ਵਿੱਚ ਜੋ ਅੱਛੇ ਕਾਲਜਿਸ ਜਾਂ ਯੂਨੀਵਰਸਿਟੀਜ਼ ਹੈ, ਉਹਨਾਂ ਦਾ ਐਡਮਿਸ਼ਨ ਦਾ ਪ੍ਰੋਸੈਸ 8 ਤੋਂ 10 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ। ਅੱਛਾ ਜੀ। ਤੇ ਫੋਰ ਐਗਜ਼ਾਮਪਲ ਸੈਪਟੰਬਰ 2022 ਇਨਟੇਕ ਹੈ, ਆਪਾਂ ਕਰੰਟ ਸਿਨੈਰੀਓ ਦੇਖੀਏ ਤੇ ਉਹਦੇ ਅੱਜ ਸੈਨਿਕਾ ਕਾਲਜ ਹੈ, ਲਾਇਲਿਸਟ ਕਾਲਜ ਹੈ, ਅੱਜ ਅਸੀਂ ਦਸੰਬਰ ਮੰਥ ਦੇ ਵਿੱਚ ਹਾਂ 2021 ਦੇ ਜੀ, ਤੇ ਸੈਨਿਕਾ ਕਾਲਜ ਹੈ, ਲਾਇਲਿਸਟ ਕਾਲਜ ਹੈ, ਹੰਬਰ ਕਾਲਜਿਸ ਹੈ, and there are many other colleges. ਉਹਨਾਂ ਦਾ ਐਡਮਿਸ਼ਨ ਦਾ ਪ੍ਰੋਸੈਸ ਆਲਰੇਡੀ ਚੱਲ ਰਿਹਾ, ਸਟੂਡੈਂਟਸ ਆਰ ਅਪਲਾਈਂਗ ਫॉर ਦਿਸ ਇਨਟੇਕ। ਠੀਕ ਹੈ ਜੀ। ਯੂਨੀਵਰਸਿਟੀ ਐਡਮਿਸ਼ਨ ਵੀ ਜਨਵਰੀ ਔਨਵਰਡਸ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਸਰ। ਸੈਪਟੰਬਰ ਇਨਟੇਕ ਦੇ ਲਈ। ਠੀਕ ਹੈ ਜੀ। ਤੋ ਸਪੋਜ਼ ਕਰੋ ਕੋਈ ਸਟੂਡੈਂਟ ਹੈ ਜੋ 12th ਕਲਾਸ ਦੇ ਵਿੱਚ ਇਸ ਵੇਲੇ ਪੜ੍ਹ ਰਿਹਾ, ਉਹ ਸਟੂਡੈਂਟ ਵੀ ਅਪਲਾਈ ਕਰ ਸਕਦਾ ਹੈ ਸੈਪਟੰਬਰ ਇਨਟੇਕ ਦੇ ਲਈ ਅੱਜ ਹੀ। ਉਹਨੂੰ ਕੀ ਚਾਹੀਦਾ? ਉਹਨੂੰ ਐਡਮਿਸ਼ਨ ਦੇ ਲਈ ਚਾਹੀਦਾ ਇੱਕ ਆਇਲ ਸਕੋਰ, ਇੱਕ 12ਵੀਂ ਕਲਾਸ ਦੇ ਸਟੂਡੈਂਟ ਨੂੰ ਸਕੂਲ ਵੱਲੋਂ ਪ੍ਰੀਡਿਕਟਡ ਮਾਰਕਸ ਚਾਹੀਦੇ ਆ। ਠੀਕ ਹੈ ਜੀ। ਕਿ ਆਹ ਕੋਰਸ ਕਰਨ ਤੋਂ ਬਾਅਦ ਜੋ ਵੀ ਕੋਰਸ ਉਹ ਕਰ ਰਿਹਾ, ਜਾਂ ਕਾਮਰਸ ਕਰ ਰਿਹਾ, ਜਾਂ ਮੈਡੀਕਲ ਕਰ ਰਿਹਾ, ਨਾਨ ਮੈਡੀਕਲ ਕਰ ਰਿਹਾ, ਕਰਨ ਤੋਂ ਬਾਅਦ ਸਟੂਡੈਂਟ ਦੇ ਆਹ ਪ੍ਰੀਡਿਕਟਡ ਮਾਰਕਸ ਹੈ, ਇੰਨੇ ਮਾਰਕਸ ਉਹਦੇ ਸਬਜੈਕਟ ਵਾਈਜ਼ ਆਣਗੇ। ਠੀਕ ਹੈ ਜੀ। ਉਹਦੇ ਬੇਸਿਸ ਤੇ ਸਟੂਡੈਂਟ ਅੱਜ ਵੀ ਅਪਲਾਈ ਕਰ ਸਕਦਾ। ਵਾਈ ਟੂ ਵੇਸਟ ਟਾਈਮ? ਬਿਲਕੁਲ ਠੀਕ ਹੈ। ਬਾਈ ਦ ਟਾਈਮ ਸਟੂਡੈਂਟ ਵਿਲ get his result in the month of May or in the month of June, ਉਹਦੀ ਐਡਮਿਸ਼ਨ ਉਹਦੇ ਕੋਲ ਸਿਕਿਉਰ ਹੈ। he can easily pay the fees and join in September 2022 intake. ਬਿਲਕੁਲ ਠੀਕ ਹੈ ਸਰ। ਤੇ ਗ੍ਰੈਜੂਏਟਸ ਲਈ ਵੀ ਇਹੀ ਹੈ। if somebody is doing graduation and he has planned to study in Canada immediately after completing the graduation, ਉਹਨਾਂ ਨੂੰ IELTS ਦਾ ਐਗਜ਼ਾਮ ਪਹਿਲਾਂ ਕਰਕੇ ਉਹ ਉਹਨਾਂ ਕਾਲਜਿਸ ਜਾਂ ਯੂਨੀਵਰਸਿਟੀਜ਼ ਦੇ ਵਿੱਚ ਆਪਣੀ ਐਪਲੀਕੇਸ਼ਨ ਦੇ ਸਕਦੇ ਆ ਤੇ ਐਡਮਿਸ਼ਨ ਦਾ ਪ੍ਰੋਸੈਸ ਆਪਣਾ ਟਾਈਮ ਸੇਵ ਕਰ ਸਕਦੇ ਆ। ਬਿਲਕੁਲ ਠੀਕ ਹੈ ਸਰ। ਬੱਚੋ ਮੇਰੇ ਖਿਆਲ ਤੁਹਾਨੂੰ ਇਹ ਪੁਆਇੰਟ ਵੀ ਕਲੀਅਰ ਹੋ ਗਿਆ ਹੋਏਗਾ, ਜਿਸ ਤਰ੍ਹਾਂ ਬਿੱਦ ਸਾਹਿਬ ਨੇ ਦੱਸਿਆ ਕਿ ਜਿਹੜੇ ਇਹ ਉਹਨਾਂ ਬੱਚਿਆਂ ਦੀ ਹੈ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਨੇ ਹਾਲੇ 2022 ਅਪ੍ਰੈਲ ਦੇ ਵਿੱਚ CBSE ਦੇ 12th ਦੇ ਐਗਜ਼ਾਮ ਦੇਣੇ ਹੈ, ਲੇਕਿਨ ਉਹ ਯੂਨੀਵਰਸਿਟੀ ਦੇ ਵਿੱਚ ਜਾਣ ਦੇ ਇੱਛੁਕ ਨੇ, ਤੇ ਜੇ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਕਰਨਗੇ ਉਹ ਸਿਰਫ 2023 ਦੇ ਵਿੱਚ ਹੀ ਉੱਥੇ ਪਹੁੰਚ ਸਕਦੇ ਹੈ। ਇਸ ਕਰਕੇ ਬਿੱਦ ਸਾਹਿਬ ਨੇ ਇੱਕ ਬੜਾ ਵੈਲਿਡ ਪੁਆਇੰਟ ਦੱਸਿਆ ਕਿ ਤੁਸੀਂ ਆਪਣੇ ਸਕੂਲ ਦੇ ਵਿੱਚੋਂ ਪ੍ਰੀਡਿਕਟਡ ਮਾਰਕਸ਼ੀਟ ਲੈ ਲਓ,
ਪ੍ਰਿੰਸੀਪਲ ਕੋਲੋਂ ਉਹਨੂੰ ਪ੍ਰੋਪਰਲੀ ਕਾਲਜ ਸਕੂਲ ਦੇ ਲੈਟਰ ਹੈਡ ਦੇ ਉੱਪਰ ਸਟੈਂਪ ਕਰਵਾ ਲਓ ਔਰ ਉਹ ਤੁਹਾਡੇ ਐਡਮਿਸ਼ਨ ਪਰਪਸ ਲਈ ਵੈਲਿਡ ਡਾਕੂਮੈਂਟ ਹੈ ਜਿਸ ਦੇ ਬੇਸ ਦੇ ਉੱਪਰ ਤੁਸੀਂ ਹੁਣੇ ਹੀ ਅਪਲਾਈ ਕਰਕੇ ਆਪਣੀ ਸੀਟ ਨੂੰ ਰਿਜ਼ਰਵ ਕਰ ਸਕਦੇ ਹੋ। ਅੱਜ ਦੇ ਇਸ ਵੀਡੀਓ ਦੇ ਵਿੱਚ ਬਿਲ ਸਾਹਿਬ ਨੇ ਬੜੇ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਕੁਐਸਚਨਸ ਦੇ ਆਨਸਰ ਦਿੱਤੇ। ਉਹ ਕੁਐਸਚਨ ਜਿਹੜੇ ਕਿ ਐਡਮਿਸ਼ਨ ਦੇ ਨਾਲ ਰਿਲੇਟਡ ਸੀ ਕਾਲਜ ਜਾਂ ਯੂਨੀਵਰਸਿਟੀ ਦੀ ਕੈਨੇਡਾ ਦੇ ਵਾਸਤੇ। ਬਿਲ ਸਾਹਿਬ ਥੈਂਕ ਯੂ ਵੈਰੀ ਮੱਚ, ਤੁਸੀਂ ਬੜੇ ਅੱਛੇ ਢੰਗ ਦੇ ਨਾਲ ਬੱਚਿਆਂ ਨੂੰ ਸਾਰਾ ਲੌਜਿਕ ਸਮਝਾਤਾ। ਪਲੱਸ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਵੀ ਐਡਵਾਂਟੇਜ ਦਿੱਤੀ ਬਿਲ ਸਾਹਿਬ ਨੇ ਕਿ ਜੇ ਕਿਸੇ ਬੱਚੇ ਦੇ ਹਾਲੇ ਵੀ ਫਰਦਰ ਕੋਈ ਕੁਐਸਚਨ ਜਾਂ ਕੁਐਰੀਜ਼ ਹੋਣ ਉਹ ਸਟੱਡੀ ਨੈਕਸਟ ਤੇ ਆ ਕੇ ਜਾਂ ਕੰਟੈਕਟ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦਾ ਹੈ। ਸਟੱਡੀ ਨੈਕਸਟ ਗਲੋਬਲ ਤੁਹਾਨੂੰ ਇੱਕ ਹੋਰ ਵੀ ਪ੍ਰਿਵਿਲੇਜ ਦੇ ਰਿਹਾ ਹੈ ਕਿ ਜੇ ਤੁਹਾਡਾ ਹਾਲੇ ਵੀ ਕੋਈ ਡਾਊਟ ਹੈ ਜਾਂ ਕੁਐਸਚਨ ਹੈ ਜਾਂ ਕੁਐਰੀ ਹੈ, ਤੁਸੀਂ ਇੱਕ ਸਿੰਪਲ ਫਾਰਮ ਫਿਲ ਅਪ ਕਰਨਾ ਹੈ, ਆਪਣੇ ਡਾਕੂਮੈਂਟਸ ਨੂੰ ਅਪਲੋਡ ਕਰੋ, ਆਪਣੀਆਂ 2-3 ਪ੍ਰੈਫਰੈਂਸਿਸ ਜਗ੍ਹਾ ਦੀਆਂ ਤੇ ਕਾਲਜਿਸ ਜਾਂ ਯੂਨੀਵਰਸਿਟੀਜ਼ ਦੀਆਂ ਤੁਸੀਂ ਦੇ ਸਕਦੇ ਹੋ, ਆਪਣੇ ਕੁਐਸਚਨ ਜਾਂ ਕੁਐਰੀਜ਼ ਨੂੰ ਰੇਜ਼ ਕਰੋ, ਉਸ ਤੋਂ ਬਾਅਦ ਉਹਨੂੰ ਸਬਮਿਟ ਕਰ ਦਿਓ। ਸਟੱਡੀ ਨੈਕਸਟ ਗਲੋਬਲ ਤੋਂ ਇੱਕ ਕੁਆਲੀਫਾਈਡ ਐਜੂਕੇਸ਼ਨਲ ਕੰਸਲਟੈਂਟ ਤੁਹਾਨੂੰ ਕਾਲ ਬੈਕ ਕਰਕੇ ਤੁਹਾਡੇ ਸਾਰੇ ਕੁਐਸਚਨਸ ਤੇ ਕੁਐਰੀਜ਼ ਦਾ ਸੋਲੂਸ਼ਨ ਬੜਾ ਸਿਸਟਮੈਟਿਕਲੀ ਤੁਹਾਨੂੰ ਦੇਗਾ। ਜਿਸ ਤਰ੍ਹਾਂ ਹਮੇਸ਼ਾ ਅਸੀਂ ਲੋਕ ਡਿਸਕਸ ਕਰਦੇ ਹਾਂ ਕਿ YouTube ਚੈਨਲ ਦੇ ਉੱਪਰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਅਪਡੇਟ ਤੇ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੈ ਉਹ ਆਉਂਦੀ ਰਹੇ। ਠੀਕ ਹੈ ਜੀ, ਇਸੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਸਮਾਪਤ ਹੋ ਰਿਹਾ। ਬੜੀ ਜਲਦੀ ਅਸੀਂ ਤੁਹਾਡੇ ਕੋਲ ਅਗਲੇ ਵੀਡੀਓ ਲੈ ਕੇ ਪੇਸ਼ ਹੋਵਾਂਗੇ ਜਿਹੜਾ ਕਿ ਉਹ ਵੀ ਤੁਹਾਡੇ ਕੈਰੀਅਰ ਦੇ ਲਈ ਕਾਫੀ ਹੈਲਪਫੁਲ ਹੋਏਗਾ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਥੈਂਕ ਯੂ।